ਸਮਾਜਿਕ ਸਿੱਖਿਆ ਦੀ ਕਲਾਸ ਵਿੱਚ ਅੱਜ ਫਿਰ ਤੋਂ ਤੁਹਾਡਾ ਸਵਾਗਤ ਹੈ। ਅੱਜ ਬੱਚਿਓ ਆਪਾਂ 8ਵੀਂ ਜਮਾਤ ਦਾ ਪਾਠ ਦੂਜਾ ਕੁਦਰਤੀ ਸਾਧਨ ਪੜਾਂਗੇ, ਸਮਝਾਂਗੇ, ਉਹਦੇ ਮਾਈਂਡ ਮੈਪ, ਅਖੀਰ ਵਿੱਚ ਪ੍ਰਸ਼ਨ ਉੱਤਰ ਤੇ ਉਸ ਤੋਂ ਬਾਅਦ ਉਹਦੇ ਨਕਸ਼ੇ। ਸਭ ਤੋਂ ਪਹਿਲਾਂ ਅਸੀਂ ਕੁਦਰਤੀ ਸਾਧਨ ਦੀ ਗੱਲ ਕਰਾਂਗੇ। ਕੁਦਰਤੀ ਸਾਧਨ ਕੀ ਹੁੰਦੇ ਆ? ਕੁਦਰਤੀ ਸਾਧਨ ਕੁਦਰਤੀ ਖਜ਼ਾਨਿਆਂ ਨੂੰ ਕੁਦਰਤੀ ਸਾਧਨ ਕਿਹਾ ਜਾਂਦਾ ਹੈ। ਤੁਸੀਂ ਇਹਦੇ ਵਿੱਚ ਦੇਖ ਵੀ ਸਕਦੇ ਹੋ ਬੇਟਾ, ਜਿਹੜੀਆਂ ਚੀਜ਼ਾਂ ਸਾਨੂੰ ਕੁਦਰਤ ਵੱਲੋਂ ਮਿਲਦੀਆਂ ਨੇ ਉਹ ਹੈ ਸਾਡੇ ਕੁਦਰਤੀ ਸਾਧਨ। ਅੱਗੇ ਇਹਨਾਂ ਦਾ ਮਾਈਂਡ ਮੈਪ ਆ ਗਿਆ, ਇਹਨਾਂ ਦੀਆਂ ਕਿਸਮਾਂ ਨੇ ਜਿਹੜੀਆਂ, ਉਹਨਾਂ ਦੇ ਵਿੱਚ ਅਸੀਂ ਇਹਨਾਂ ਨੂੰ ਵੰਡ ਸਕਦੇ ਹਾਂ। ਕੁਦਰਤੀ ਸਾਧਨ, ਭੂਮੀ ਸਾਧਨ, ਮਿੱਟੀ ਸਾਧਨ, ਪਾਣੀ ਸਾਧਨ, ਕੁਦਰਤੀ ਬਨਸਪਤੀ, ਜੰਗਲੀ ਜੀਵ, ਖਣਿਜ ਅਤੇ ਸ਼ਕਤੀ ਸਾਧਨ। ਇਹਨਾਂ ਦਾ ਮਾਈਂਡ ਮੈਪ ਆ ਗਿਆ, ਤੁਸੀਂ ਬਣਾ ਸਕਦੇ ਹੋ ਕਾਪੀਆਂ 'ਤੇ। ਅੱਗੇ ਸਾਡੇ ਕੋਲ ਆ ਗਿਆ ਕੁਦਰਤੀ ਸਾਧਨ ਦੇ ਵਿੱਚ ਭੂਮੀ ਦੀ ਵਰਤੋਂ ਆ ਜਿਹੜੀ ਅਸੀਂ ਉਹ ਕਿਵੇਂ ਕਿਵੇਂ ਕਰ ਰਹੇ ਹਾਂ। ਭੂਮੀ ਦੀ ਵਰਤੋਂ ਆ ਜਿਹੜੀ ਸਾਡੇ ਕੋਲ ਜੰਗਲਾਂ ਹੇਠ ਆ, ਜਿਹੜੀ ਸਾਡੇ ਕੋਲ ਭੂਮੀ ਸਾਡੀ, ਉਹ ਸਾਡੇ ਕੁੱਲ ਖੇਤਰਫਲ ਦਾ ਜਿਹੜਾ 22% ਹਿੱਸਾ ਉਹਦੇ 'ਤੇ ਸਾਡੇ 'ਤੇ ਜੰਗਲ ਨੇ। ਸਾਡੇ ਭਾਰਤ ਵਰਗੇ ਜਿਹੜਾ ਸੰਘਣੀ ਆਬਾਦੀ ਵਾਲਾ ਦੇਸ਼ ਹੈ ਉਹਦੇ ਲਈ ਬੱਚੋ ਘੱਟੋ ਘੱਟ ਜਿਹੜੇ ਜੰਗਲ ਆ ਉਹ 33% ਹਿੱਸੇ 'ਤੇ ਹੋਣੇ ਚਾਹੀਦੇ ਹੈ, ਪਰ ਸਾਡੇ ਆ ਜਿਹੜੇ ਉਹ 22% ਹਿੱਸੇ 'ਤੇ ਆ। ਇਸ ਲਈ ਸਾਨੂੰ ਆ ਜਿਹੜੇ ਵੱਧ ਤੋਂ ਵੱਧ ਨੇ ਜਿਹੜੇ ਪੌਦੇ ਲਗਾਉਣੇ ਚਾਹੀਦੇ ਆ। ਇਹ ਤੋਂ ਬਾਅਦ ਸਾਡੇ ਕੋਲ ਜਿਹੜੀ ਭੂਮੀ ਆ ਗਈ ਉਹ ਹੈ ਸਾਡੀ ਬਿਜਾਈ ਹੇਠ ਭੂਮੀ, ਵੀ ਜਿੱਥੇ ਅਸੀਂ ਫਸਲ ਬੀਜੀ ਹੋਈ ਹੈ ਉਹ ਸਾਡਾ 46% ਹਿੱਸਾ ਗਾ, ਇਹ 'ਤੇ ਅਸੀਂ ਫਸਲਾਂ ਉਗਾਉਂਦੇ ਹਾਂ। ਅਤੇ ਇਸ ਤੋਂ ਅੱਗੇ ਜਿਹੜੀ ਸਾਡੀ ਆ ਗਈ ਉਹ ਹੈ ਸਾਡੀ ਗੈਰ ਖੇਤੀ ਭੂਮੀ। ਇਹ ਸਾਡੇ ਕੁੱਲ ਹਿੱਸੇ ਦੇ 14% ਹਿੱਸੇ 'ਤੇ ਹੈ। ਇੱਥੇ ਜਿਹੜੀ ਖੇਤੀਬਾੜੀ ਵਗੈਰਾ ਨਹੀਂ ਹੁੰਦੀ। ਇਹ ਜਿਹੜੀ ਸਾਡੀ ਭੂਮੀ ਹੈ ਉਹ ਪਿੰਡਾਂ ਨੇ, ਸ਼ਹਿਰਾਂ ਨੇ, ਸੜਕਾਂ, ਰੇਲਵੇ ਲਾਈਨਾਂ, ਨਦੀਆਂ, ਦਰਿਆਵਾਂ ਹੇਠ ਮੱਲੀ ਹੋਈ ਹੈ, ਜਾਂ ਇਹਦੇ ਵਿੱਚ ਬੰਜਰ ਭੂਮੀ ਵੀ ਆ ਜਾਂਦੀ ਹੈਗੀ। ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਖੇਤੀ ਤੋਂ ਬਿਨਾਂ ਛੱਡੀ ਹੋਈ ਭੂਮੀ। ਇਹ ਹੈਗੀ ਵੀ ਇਸ ਭੂਮੀ 'ਤੇ ਕਦੇ ਨਾ ਕਦੇ ਤਾਂ ਖੇਤੀ ਕੀਤੀ ਜਾਂਦੀ ਸੀ, ਪਰੰਤੂ ਸਾਲ ਤੋਂ 5 ਸਾਲ ਦੇ ਸਮੇਂ ਤੱਕ ਇਹਨੂੰ ਖਾਲੀ ਛੱਡ ਦਿੱਤਾ ਜਾਂਦਾ ਹੈ ਤਾਂ ਕਿ ਜਿਹੜੀ ਇਹਦੀ ਉਪਜਾਊ ਸ਼ਕਤੀ ਹੈ ਉਹਨੂੰ ਇਹ ਵਾਪਸ ਦੁਬਾਰਾ ਲਿਆ ਸਕੇ। ਇਹ ਸਾਡੇ 8% ਹਿੱਸੇ ਦੇ ਉੱਤੇ ਹੈਗੀ ਹੈ। ਅਗਲੀ ਸਾਡੀ ਹੈ ਜਿਹੜੀ ਖੇਤੀ ਯੋਗ ਪਰੰਤੂ ਵਿਅਰਥ ਭੂਮੀ, ਵੀ ਇਹ ਖੇਤੀ ਕਰਨ ਦੇ ਯੋਗ ਤਾਂ ਹੈਗੀ ਹੈ ਪਰ ਕੁਝ ਕਾਰਨਾਂ ਕਰਕੇ ਅਸੀਂ ਇਹ 'ਤੇ ਖੇਤੀ ਨਹੀਂ ਕਰ ਰਹੇ, ਜਿਵੇਂ ਪਾਣੀ ਦੀ ਘਾਟ ਹੋ ਗਈ, ਜਾਂ ਲੂਣਾ ਜਾਂ ਸ਼ੋਰੇ ਦੀ ਬਹਿਤਾਤ, ਜਾਂ ਮਿੱਟੀ ਦਾ ਰੁੜ ਜਾਣਾ, ਜਾਂ ਲੰਬੇ ਸਮੇਂ ਤੱਕ ਇੱਥੇ ਪਾਣੀ ਦਾ ਖੜਾ ਰਹਿਣਾ। ਇਹ ਸਾਡੇ ਧਰਤੀ ਦੇ 5% ਹਿੱਸੇ 'ਤੇ ਹੈ। ਇਸ ਤੋਂ ਅਗਲੀ ਸਾਡੀ ਆ ਗਈ ਚਾਰਗਾਹਾਂ ਅਤੇ ਦਰੱਖਤਾਂ ਹੇਠ ਭੂਮੀ। ਇਹ ਸਾਡੀ 4% ਹਿੱਸੇ 'ਤੇ ਹੈ। ਇਹਨੂੰ ਅਸੀਂ ਪਸ਼ੂਆਂ ਨੂੰ ਚਰਾਉਣ ਵਾਸਤੇ ਵਰਤਦੇ ਹਾਂ। ਇਹ ਰਕਬਾ ਵੀ ਜਿਹੜਾ ਸਾਡੇ ਕੋਲ ਪਸ਼ੂਆਂ ਨੂੰ ਚਰਾਉਣ ਵਾਸਤੇ ਬਹੁਤ ਘੱਟ ਹੈਗਾ। ਹੁਣ ਅੱਗੇ ਜਿਹੜਾ ਅਸੀਂ ਇਹਦੀਆਂ ਤਸਵੀਰਾਂ ਦੇ ਵਿੱਚ ਦੇਖਾਂਗੇ, ਇਹ ਸਾਰੀਆਂ ਭੂਮੀਆਂ ਦੀਆਂ ਜਿਹੜੀਆਂ ਤਸਵੀਰਾਂ ਨੇ ਭੂਮੀ ਦੀ ਵਰਤੋਂ ਦੀਆਂ ਉਹ ਦਿੱਤੀਆਂ ਹੋਈਆਂ। ਤੁਸੀਂ ਆਪਣੇ ਆਪ ਲੱਭਣ ਦੀ ਕੋਸ਼ਿਸ਼ ਕਰਨੀ ਹੈ ਵੀ ਕਿਹੜੀ ਤਸਵੀਰ ਆ ਉਹ ਕਿਹੜੀ ਭੂਮੀ ਨਾਲ ਰਿਲੇਟਡ ਹੈਗੀ। ਅਗਲਾ ਸਾਡਾ ਆ ਗਿਆ, ਜਿਹੜਾ ਸਾਡਾ ਅਗਲਾ ਇੰਪੋਰਟੈਂਟ ਸਾਧਨ ਹੈ, ਕੁਦਰਤੀ ਸਾਧਨ ਸਾਨੂੰ ਮਿਲਿਆ, ਉਹ ਹੈ ਸਾਡੀ ਮਿੱਟੀ। ਮਿੱਟੀ ਹੈ ਜਿਹੜੀ ਸਾਡੇ ਕੋਲ ਸਾਡੀ 6 ਕਿਸਮ ਦੀ ਹੈ ਮਿੱਟੀ। ਮਿੱਟੀ ਦਾ ਮਾਈਂਡ ਮੈਪ ਹੈ ਜਿਹੜਾ ਬੱਚਿਓ ਤੁਸੀਂ ਇਹ ਦੇਖ ਸਕਦੇ ਹੋ। ਅੱਗੇ ਅਸੀਂ ਇਹਨਾਂ ਦੀ ਅਲੱਗ-ਅਲੱਗ ਮਿੱਟੀਆਂ ਬਾਰੇ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਸਾਡੇ ਕੋਲ ਆ ਜਾਂਦੀ ਹੈ ਜਲੋੜ ਮਿੱਟੀ। ਇਹ ਸਾਡੇ ਦੇਸ਼ ਦੇ ਲਗਭਗ 45% ਹਿੱਸੇ 'ਤੇ ਪਾਈ ਜਾਂਦੀ ਹੈ। ਇਹ ਸਾਡੀ ਖੇਤੀਬਾੜੀ ਲਈ ਇੱਕ ਮਹੱਤਵਪੂਰਨ ਅਤੇ ਵੱਡਾ ਯੋਗਦਾਨ ਪਾਉਂਦੀ ਹੈ। ਇਹ ਮਿੱਟੀ ਹੈ ਜਿਹੜੀ ਨਦੀਆਂ, ਦਰਿਆਵਾਂ ਦੁਆਰਾ ਪਾਣੀ ਨਾਲ ਬਹਾ ਕੇ ਲਿਆਂਦੀ ਹੋਈ ਹੈ। ਇਹ ਜ਼ਿਆਦਾਤਰ ਉੱਤਰੀ ਮੈਦਾਨਾਂ ਚਾਹੇ 2 ਤਰ੍ਹਾਂ ਦੀ ਹੁੰਦੀ ਹੈ, ਖਾਡਰ ਜਾਂ ਬਾਂਗਰ। ਖਾਡਰ ਅਸੀਂ ਕਹਿ ਦਾਂਗੇ ਨਵੀਂ ਜੰਮੀ ਹੋਈ, ਅਤੇ ਬਾਂਗਰ ਅਸੀਂ ਕਹਿ ਦਾਂਗੇ ਪੁਰਾਣੀ ਜੰਮੀ ਹੋਈ। ਇਸ ਤੋਂ ਬਾਅਦ ਅਗਲੀ ਮਿੱਟੀ ਦੀ ਅਸੀਂ ਗੱਲ ਕਰਾਂਗੇ, ਉਹ ਹੈਗੀ ਸਾਡੀ ਕਾਲੀ ਮਿੱਟੀ। ਕਾਲੀ ਮਿੱਟੀ ਨੂੰ ਅਸੀਂ ਰੈਗੂਰ ਜਾਂ ਕਪਾਹੀ ਮਿੱਟੀ ਵੀ ਕਹਿ ਦਿੰਦੇ ਹੈਗੇ। ਇਹ ਸਾਡੀ ਅਗਨੀ ਚਟਾਨਾਂ ਤੋਂ ਬਣੀ ਹੋਈ ਹੁੰਦੀ ਹੈ। ਸਾਡੇ ਦੇਸ਼ ਦੀ ਕੁੱਲ ਭੂਮੀ ਦੇ 16.6% ਹਿੱਸੇ 'ਤੇ ਸਾਨੂੰ ਮਿਲਦੀ ਹੈਗੀ। ਇਹ ਜ਼ਿਆਦਾਤਰ ਸਾਨੂੰ ਮਹਾਰਾਸ਼ਟਰ, ਮੱਧ ਪ੍ਰਦੇਸ਼, ਕਰਨਾਟਕ, ਆਂਧਰਾ ਪ੍ਰਦੇਸ਼, ਗੁਜਰਾਤ, ਤਾਮਿਲਨਾਡੂ ਆਦਿ ਵਗੈਰਾ ਰਾਜਾਂ ਵਿੱਚ ਮਿਲਦੀ ਹੈ। ਇਹ ਆਪਣੇ ਅੰਦਰ ਨਮੀ ਨੂੰ ਜ਼ਿਆਦਾ ਦੇਰ ਤੱਕ ਸਮਾ ਕੇ ਰੱਖ ਸਕਦੀ ਹੈ, ਅਤੇ ਇਹਨੂੰ ਅਸੀਂ ਉਪਜਾਊ ਕਿਸਮ ਦੀ ਮਿੱਟੀ ਹੈ ਜਿਹੜੀ ਉਹ ਕਹਿ ਦਿੰਦੇ ਹਾਂ। ਇਹਦੇ 'ਤੇ ਅਸੀਂ ਕਣਕ, ਜਵਾਰ, ਅਲਸੀ, ਸੂਰਜਮੁਖੀ ਵਰਗੀਆਂ ਫਸਲਾਂ ਵੀ ਉਗਾ ਲੈਂਦੇ ਹਾਂ। ਤੁਸੀਂ ਮਿੱਟੀ ਦੀ
ਤਸਵੀਰ ਵੀ ਦੇਖ ਸਕਦੇ ਹੋ, ਤੇ ਬੇਟਾ ਨਾਲ ਤੁਸੀਂ ਮਾਈਂਡ ਮੈਪ ਆ ਜਿਹੜਾ ਉਹ ਵੀ ਆਪਣੀਆਂ ਕਾਪੀਆਂ ਤੇ ਨੋਟ ਕਰ ਸਕਦੇ ਹੋ। ਅਗਲੀ ਸਾਡੇ ਕੋਲੇ ਸਾਡੀ ਮਿੱਟੀ ਆ ਗਈ ਲਾਲ ਮਿੱਟੀ। ਇਹ ਸਾਡੇ ਦੇਸ਼ ਦੇ ਕੁੱਲ 10.6% ਹਿੱਸੇ ਤੇ ਮਿਲਦੀ ਹੈ। ਇਹ ਮਿੱਟੀ ਹੈ ਜਿਹੜੀ, ਇਹਦਾ ਨਾਮ ਹੈ ਜਿਹੜਾ ਇਹਦੇ ਰੰਗ ਕਰਕੇ ਪਿਆ ਹੈ। ਇਹ ਸਾਨੂੰ ਚੂਨਾ, ਮੈਗਨੀਸ਼ੀਅਮ, ਫਾਸਫੇਟ, ਨਾਈਟ੍ਰੋਜਨ ਤੇ ਜੈਵਿਕ ਮਾਦਾ ਤੱਤਾਂ ਦੀ ਇਹਦੇ ਵਿੱਚ ਘਾਟ ਹੁੰਦੀ ਹੈ। ਜ਼ਿਆਦਾ ਉਪਜਾਊ ਨਹੀਂ ਹੁੰਦੀ, ਪਰ ਖਾਦਾਂ ਅਤੇ ਸਿੰਚਾਈ ਦੇ ਪ੍ਰਬੰਧ ਨਾਲ ਇਹਦੇ 'ਤੇ ਕੁਝ ਫਸਲਾਂ ਨੇ ਜਿਹੜੀਆਂ ਉਗਾਈਆਂ ਜਾ ਸਕਦੀਆਂ ਨੇ, ਜਿਵੇਂ ਕਣਕ, ਕਪਾਹ, ਦਾਲਾਂ, ਆਲੂ, ਫਲ ਆਦਿ। ਇਹ ਮਿੱਟੀ ਸਾਨੂੰ ਤਾਮਿਲਨਾਡੂ, ਦੱਖਣ ਪੂਰਬ, ਮਹਾਰਾਸ਼ਟਰ, ਕਰਨਾਟਕ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ, ਉੜੀਸਾ, ਝਾਰਖੰਡ ਅਤੇ ਰਾਜਸਥਾਨ ਵਰਗੇ ਇਲਾਕਿਆਂ ਦੇ ਵਿੱਚ ਮਿਲਦੀ ਹੈਗੀ। ਲਾਲ ਮਿੱਟੀ ਦੀ ਤਸਵੀਰ ਵੀ ਤੁਸੀਂ ਨਾਲ ਦੇਖ ਸਕਦੇ ਹੋ। ਅਗਲੀ ਬੇਟਾ ਸਾਡੇ ਕੋਲ ਆ ਗਈ ਸਾਡੀ ਲੈਟਰਾਈਟ ਮਿੱਟੀ। ਇਹ ਸਾਡੀ ਜ਼ਿਆਦਾਤਰ ਆ ਜਿਹੜੀ ਲੋਹ ਤੱਤ ਅਲਮੀਨੀਅਮ, ਟਾਈਟੇਨੀਅਮ, ਮੈਗਨੀਜ਼ ਦੇ ਆਕਸਾਈਡ ਤੋਂ ਬਣੀ ਹੋਈ ਹੈਗੀ। ਆਮ ਤੌਰ 'ਤੇ ਮੰਨਿਆ ਜਾਂਦਾ ਵੀ ਜਿਹੜੀ ਇਹ ਮਿੱਟੀ ਹੈਗੀ ਇਹ ਉੱਚੇ ਤਾਪਮਾਨ ਅਤੇ ਜ਼ਿਆਦਾ ਵਰਖਾ ਵਾਲੇ ਖੇਤਰਾਂ 'ਚ ਮਿਲਦੀ ਹੈ। ਇਸ ਕਿਸਮ ਦੀ ਜਿਹੜੀ ਮਿੱਟੀ ਹੈ ਉਹਦੇ ਉਪਜਾਊ ਤੱਤ ਹੈ ਜਿਹੜੇ ਉਹ ਵਰਖਾ ਦੇ ਨਾਲ ਧਰਤੀ ਦੀਆਂ ਹੇਠਲੀਆਂ ਤਹਿਾਂ ਵਿੱਚ ਚਲੇ ਜਾਂਦੇ ਆ। ਇਸ ਲਈ ਉਪਜਾਊ ਤੱਤਾਂ ਦੀ ਘਾਟ ਕਾਰਨ ਆਮ ਤੌਰ 'ਤੇ ਖੇਤੀਯੋਗ ਨਹੀਂ ਹੁੰਦੀ, ਪਰ ਖਾਦਾਂ ਦੀ ਵਰਤੋਂ ਅਤੇ ਸਿੰਚਾਈ ਸਹੂਲਤਾਂ ਦੇ ਨਾਲ ਅਸੀਂ ਇਸ ਵਿੱਚ ਚਾਹ, ਕੌਫੀ, ਰਬੜ ਅਤੇ ਨਾਰੀਅਲ ਵਗੈਰਾ ਦੀਆਂ ਫਸਲਾਂ ਪੈਦਾ ਕਰ ਸਕਦੇ ਹਾਂ। ਇਹ ਸਾਡੇ ਦੇਸ਼ ਦੇ 7.5% ਹਿੱਸੇ 'ਤੇ ਮੌਜੂਦ ਹੈ। ਇਹ ਸਾਨੂੰ ਪੂਰਬੀ ਘਾਟ, ਪੱਛਮੀ ਘਾਟ, ਰਾਜ ਮਹਿਲ ਪਹਾੜੀਆਂ, ਵਿੰਧਿਆਸ, ਸਤਪੁੜਾ ਅਤੇ ਮਾਲਵਾ ਪਠਾਰ ਦੇ ਇਲਾਕੇ ਵਿੱਚ ਮਿਲਦੀ ਹੈਗੀ। ਅਤੇ ਇਲਾਕੇ ਨੇ ਇਹਦੇ ਤੁਹਾਨੂੰ ਦੱਸ ਹੀ ਦਿੱਤੇ ਬੇਟਾ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਉੜੀਸਾ, ਕਰਨਾਟਕ, ਪੱਛਮੀ ਬੰਗਾਲ ਵਿੱਚ ਵੀ ਇਹ ਸਾਨੂੰ ਮਿਲ ਜਾਂਦੀ ਹੈਗੀ। ਇਹ ਤੁਸੀਂ ਮਿੱਟੀ ਦੀ ਤਸਵੀਰ ਦੇਖ ਸਕਦੇ ਹੋ ਬੇਟਾ। ਇਸ ਤੋਂ ਅਗਲੀ ਹੈ ਜਿਹੜੀ ਸਾਡੇ ਕੋਲੇ ਉਹ ਹੈਗੀ ਸਾਡੀ ਜੰਗਲੀ ਅਤੇ ਪਰਬਤੀ ਮਿੱਟੀ। ਇਹ ਸਾਨੂੰ ਜੰਗਲ ਅਤੇ ਪਰਬਤਾਂ ਦੀਆਂ, ਪਹਾੜਾਂ ਦੀਆਂ ਢਲਾਣਾਂ 'ਤੇ ਮਿਲਦੀ ਹੈ। ਇਹਨਾਂ ਮਿੱਟੀਆਂ ਵਿੱਚ ਜੈਵਿਕ ਮਾਦਾ ਜਿਹੜਾ ਬਹੁਤ ਜ਼ਿਆਦਾ ਹੁੰਦਾ ਹੈ। ਇਹ ਪੂਰਬੀ ਅਤੇ ਪੱਛਮੀ ਘਾਟਾਂ 'ਤੇ ਵੀ ਸਾਨੂੰ ਮਿਲਦੀ ਹੈ। ਇਹਦੇ ਵਿੱਚ ਪੋਟਾਸ਼, ਫਾਸਫੋਰਸ ਅਤੇ ਚੂਨੇ ਦੀ ਕਮੀ ਹੁੰਦੀ ਹੈ, ਅਤੇ ਜੇ ਅਸੀਂ ਇਹਦੇ 'ਤੇ ਫਸਲਾਂ ਪੈਦਾ ਕਰਨੀਆਂ ਨੇ ਤਾਂ ਸਾਨੂੰ ਜ਼ਿਆਦਾ ਖਾਦਾਂ ਦੀ ਲੋੜ ਹੁੰਦੀ ਹੈਗੀ। ਅਗਲੀ ਸਾਡੇ ਕੋਲੇ ਆ ਗਈ ਸਾਡੀ ਮਾਰੂਥਲੀ ਮਿੱਟੀ। ਇਹ ਮਿੱਟੀ ਸਾਨੂੰ ਰਾਜਸਥਾਨ, ਪੰਜਾਬ ਅਤੇ ਹਰਿਆਣਾ ਦੇ ਕੁਝ ਇਲਾਕਿਆਂ ਵਿੱਚ ਮਿਲਦੀ ਹੈ। ਗੁਜਰਾਤ ਦਾ ਕੁਝ ਇਲਾਕਾ ਵੀ ਇਹਦੀ ਮਾਰੂਥਲੀ ਮਿੱਟੀ ਹੇਠ ਆਉਂਦਾ। ਇਹ ਮਿੱਟੀ ਦੇਸ਼ ਦੇ 4.3% ਹਿੱਸੇ 'ਤੇ ਸਾਨੂੰ ਮਿਲਦੀ ਹੈ। ਇਸ ਮਿੱਟੀ ਵਿੱਚ ਪਾਣੀ ਨੂੰ ਸਮਾ ਕੇ ਰੱਖਣ ਦੀ ਜਿਹੜੀ ਸਮਰੱਥਾ ਬੱਚੋ ਬਹੁਤ ਹੀ ਘੱਟ ਹੁੰਦੀ ਹੈ। ਪਾਣੀ ਜਲਦੀ ਨਾਲ ਹੇਠਾਂ ਚਲਾ ਜਾਂਦਾ ਹੈ। ਇਸ ਕਰਕੇ ਪਾਣੀ ਦੀ ਜ਼ਰੂਰਤ ਵਾਲੀਆਂ ਫਸਲਾਂ ਜਿਹੜੀਆਂ ਇੱਥੇ ਨਹੀਂ ਉਗਾਈਆਂ ਜਾ ਸਕਦੀਆਂ। ਜ਼ਿਆਦਾਤਰ ਜਿਹੜਾ ਇੱਥੇ ਅਸੀਂ ਜੌਂ, ਬਾਜਰਾ, ਮੱਕੀ ਅਤੇ ਦਾਲਾਂ ਆਦਿ ਦੀ ਖੇਤੀ ਕਰ ਸਕਦੇ ਹਾਂ। ਇਹ ਸਾਡੀਆਂ ਮਿੱਟੀਆਂ ਆ ਗਈਆਂ। ਹੁਣ ਅਸੀਂ ਅੱਗੇ ਕਰਾਂਗੇ ਬੱਚੋ ਮਿੱਟੀ ਨਾਲ ਸੰਬੰਧਿਤ ਸਮੱਸਿਆਵਾਂ। ਸਾਨੂੰ ਮਿੱਟੀ ਨਾਲ ਸੰਬੰਧਿਤ ਕੀ ਸਮੱਸਿਆਵਾਂ ਨੇ ਜਿਹੜੀਆਂ ਆਉਂਦੀਆਂ ਨੇ, ਤੁਸੀਂ ਮਾਈਂਡ ਮੈਪ ਵਿੱਚ ਦੇਖ ਸਕਦੇ ਹੋ। ਮਿੱਟੀ ਸਾਡੇ ਕੋਲ ਅਜਿਹਾ ਸਾਧਨ ਹੈ ਜਿਹਦੇ ਬਿਨਾਂ ਮਨੁੱਖ ਦਾ ਜੀਵਨ ਆ ਜਿਹੜਾ ਉਹ ਬੱਚੋ ਅਧੂਰਾ ਗਾ, ਕਿਉਂਕਿ ਜੇ ਖੇਤੀਬਾੜੀ ਨਹੀਂ ਕਰਾਂਗੇ, ਖਾਣ ਪੀਣ ਨੂੰ ਸਾਨੂੰ ਫਸਲਾਂ ਨਹੀਂ ਆਉਣਗੀਆਂ, ਖਾਵਾਂ ਪੀਵਾਂਗੇ ਨਹੀਂ, ਤਾਂ ਫਿਰ ਅਸੀਂ ਜਿਉਂਦੇ ਕਿਵੇਂ ਰਹਾਂਗੇ। ਤਾਂ ਮਨੁੱਖ ਦਾ ਜਿਹੜਾ ਸਾਰਾ ਖਾਣ ਪੀਣ ਹੈ ਉਹ ਮਿੱਟੀ 'ਤੇ ਨਿਰਭਰ ਹੈਗਾ। ਇਸ ਲਈ ਸਾਨੂੰ ਖੇਤੀਬਾੜੀ ਲਈ ਜਿਹੜੀ ਸਾਡੀ ਮਿੱਟੀ ਆ ਉਹ ਉਪਜਾਊ ਹੋਣੀ ਚਾਹੀਦੀ ਹੈ। ਪਰੰਤੂ ਕੁਝ ਜਿਹੜੀਆਂ ਸਮੱਸਿਆਵਾਂ ਸਾਨੂੰ ਆ ਰਹੀਆਂ ਨੇ, ਜਿਵੇਂ ਮਿੱਟੀ ਦਾ ਖੁਰ ਜਾਣਾ, ਮਿੱਟੀ ਦੀ ਉਪਜਾਊ ਸ਼ਕਤੀ ਘੱਟ ਹੋ ਜਾਣਾ, ਮਿੱਟੀ ਦੇ ਵਿੱਚ ਰੇਤਲਾਪਣ ਆ ਜਾਣਾ, ਸੇਮ ਦੀ ਸਮੱਸਿਆ ਹੋ ਜਾਣੀ, ਮਿੱਟੀ 'ਚ ਤੇਜ਼ਾਬੀ ਜਾਂ ਖਾਰਾਪਣ ਆ ਜਾਣਾ, ਮਿੱਟੀ ਦੀ ਸਮਰੱਥਾ ਤੋਂ ਜ਼ਿਆਦਾ ਅਸੀਂ ਉਸ ਦੀ ਵਰਤੋਂ ਕਰ ਲੈਣਾ, ਜਾਂ ਮਿੱਟੀ ਦੇ ਪਾਣੀ ਦਾ ਖੜੇ ਰਹਿਣਾ। ਅੱਗੇ ਅਸੀਂ ਬੱਚੋ ਮਿੱਟੀ ਦੀ ਸਾਂਭ ਸੰਭਾਲ ਬਾਰੇ ਗੱਲ ਕਰਾਂਗੇ ਵੀ ਸਾਨੂੰ ਮਿੱਟੀ ਦੀ ਸਾਂਭ ਸੰਭਾਲ ਕਿਵੇਂ ਕਰਨੀ ਚਾਹੀਦੀ ਹੈ। ਸਾਨੂੰ ਪਹਾੜਾਂ ਦੀਆਂ ਢਲਾਣਾਂ ਉੱਤੇ ਰੁੱਖ ਲਗਾਉਣੇ ਚਾਹੀਦੇ ਹੈ, ਵਾਧੂ ਪਾਣੀ ਦਾ ਨਿਕਾਸ ਕਰਨਾ ਚਾਹੀਦਾ ਹੈ, ਖੇਤੀਬਾੜੀ ਦੇ ਸਾਨੂੰ ਚੰਗੇ ਢੰਗ ਤਰੀਕੇ ਅਪਣਾਉਣੇ ਚਾਹੀਦੇ ਆ, ਵੱਧ ਤੋਂ ਵੱਧ ਪੌਦੇ ਲਾਉਣੇ ਚਾਹੀਦੇ ਆ, ਅਤੇ ਹੜ੍ਹਾਂ ਦੇ ਪਾਣੀਆਂ ਨੂੰ ਨਦੀਆਂ 'ਤੇ ਬੰਨ੍ਹ ਲਾ ਕੇ ਸਾਨੂੰ ਰੋਕਣਾ ਚਾਹੀਦਾ ਗਾ। ਇਸ ਤੋਂ ਬਾਅਦ ਸਾਡਾ ਜਿਹੜਾ ਅਗਲਾ ਕੁਦਰਤੀ ਸਾਧਨ ਆ ਗਿਆ, ਇਹ ਵੀ ਬਹੁਤ ਹੀ ਕੀਮਤੀ ਅਤੇ ਸਾਡੇ ਲਈ ਮਹੱਤਵਪੂਰਨ ਸਾਧਨ ਹੈ। ਇਹ ਹੈ ਸਾਡਾ
ਪਾਣੀ ਸਾਧਨ। ਪਾਣੀ ਸਾਡੀ ਧਰਤੀ ਦੇ ਉੱਤੇ ਬੱਚਿਓ 71% ਹਿੱਸੇ ਦੇ ਉੱਪਰ ਪਾਣੀ ਹੈ, ਔਰ ਧਰਤੀ ਨੂੰ ਅਸੀਂ ਪਾਣੀ ਗ੍ਰਹਿ ਵੀ ਕਹਿ ਦਿੰਦੇ ਹਾਂ। ਪਾਣੀ ਤੋਂ ਬਿਨਾਂ ਮਨੁੱਖ ਹੈ ਜਿਹੜਾ ਉਹ ਜਿਉਂਦਾ ਨਹੀਂ ਰਹਿ ਸਕਦਾ। ਪਾਣੀ ਦੇ ਸਾਡੇ ਕੋਲ ਵੱਖ-ਵੱਖ ਸੋਮੇ ਨੇ ਬੱਚਿਓ, ਜਿਵੇਂ ਵਰਖਾ, ਦਰਿਆ, ਨਦੀਆਂ, ਨਹਿਰਾਂ, ਤਲਾਬ ਜਾਂ ਫਿਰ ਸਾਡੀ ਧਰਤੀ ਦੇ ਹੇਠਲਾ ਪਾਣੀ। ਇਹਨਾਂ ਢੰਗਾਂ ਨਾਲ ਸਾਨੂੰ ਜਿਹੜਾ ਪਾਣੀ ਆ ਉਹ ਪ੍ਰਾਪਤ ਹੁੰਦਾ ਗਾ। ਅੱਗੇ ਸਾਡੇ ਕੋਲ ਆ ਗਈ ਸਾਡੀ ਕੁਦਰਤੀ ਬਨਸਪਤੀ, ਜਿਹੜੀ ਸਾਨੂੰ ਕੁਦਰਤ ਦੁਆਰਾ ਮਿਲਦੀ ਹੈ। ਕੁਦਰਤੀ ਬਨਸਪਤੀ ਜਿਹੜੀ ਮਨੁੱਖ ਦੀ ਕੋਸ਼ਿਸ਼ ਤੋਂ ਬਿਨਾਂ ਆਪਣੇ ਆਪ ਉਗਾਉਂਦੀ ਹੈ, ਉਹਨੂੰ ਅਸੀਂ ਕਹਿ ਦਿੰਦੇ ਹਾਂ ਕੁਦਰਤੀ ਬਨਸਪਤੀ। ਕੁਦਰਤੀ ਬਨਸਪਤੀ ਹੈ ਜਿਹੜੀ ਸਾਡੀ, ਉਹ ਸਾਨੂੰ ਆਪਾਂ ਮਾਈਂਡ ਮੈਪ ਵਿੱਚ ਦੇਖ ਸਕਦੇ ਹੋ 5 ਤਰ੍ਹਾਂ ਦੀ ਹੈ। ਅੱਗੇ ਆਪਾਂ ਇਹਨਾਂ ਬਾਰੇ ਇਕੱਲੀ ਬਨਸਪਤੀ ਬਾਰੇ ਚਰਚਾ ਕਰਾਂਗੇ। ਪਹਿਲਾਂ ਸਾਡੇ ਕੋਲੇ ਆ ਜਾਂਦੀ ਹੈ ਸਾਡੀ ਸਦਾਬਹਾਰ ਬਨਸਪਤੀ, ਸਾਡੇ ਸਦਾਬਹਾਰ ਜੰਗਲ। ਸਦਾਬਹਾਰ ਬੱਚੋ ਸਾਨੂੰ ਨਾਂ ਤੋਂ ਹੀ ਪਤਾ ਲੱਗੀ ਜਾਂਦਾ ਹੈ, ਤਸਵੀਰ ਵਿੱਚ ਵੀ ਤੁਸੀਂ ਦੇਖ ਸਕਦੇ ਹੋ, ਜਿਹੜੇ ਸਦਾ ਹੀ ਹਰੇ ਰਹਿੰਦੇ ਨੇ। ਇਹ ਪੂਰੀ ਤਰ੍ਹਾਂ ਝੜਦੇ ਨਹੀਂ ਹੈਗੇ, ਔਰ ਇਹ ਭਾਰਤ ਦੇ ਪੱਛਮੀ ਤੱਟ, ਬੰਗਾਲ ਅਤੇ ਅਸਾਮ ਦੇ ਉੱਤਰ ਪੂਰਬ ਅਤੇ ਕਰਨਾਟਕ ਦੇ ਕੁਝ ਹਿੱਸਿਆਂ ਵਿੱਚ ਮਿਲਦੇ ਆ। ਇਹਨਾਂ 'ਤੇ ਸਾਨੂੰ ਜ਼ਿਆਦਾਤਰ ਜਿਹੜੇ ਦਰਖਤ ਨੇ ਉਹ ਟੀਕ, ਰੋਜ਼ਵੁੱਡ, ਨਿੰਮ ਅਤੇ ਇਮਲੀ ਦੇ ਦਰਖਤ ਆ ਜਿਹੜੇ ਸਾਨੂੰ ਮਿਲਦੇ ਨੇ। ਇਹ ਬਰਖਾਂ ਵਾਲੇ ਖੇਤਰਾਂ ਦੇ ਵਿੱਚ ਸਾਨੂੰ ਜ਼ਿਆਦਾ ਮਿਲਦੀ ਹੈ। ਅਗਲੀ ਸਾਡੀ ਬਨਸਪਤੀ ਆ ਗਈ ਪਤਝੜੀ, ਜਿਨ੍ਹਾਂ ਦੇ ਪੱਤੇ ਆ ਜਿਹੜੇ ਇੱਕ ਮੌਸਮ ਵਿੱਚ ਝੜ ਜਾਂਦੇ ਆ ਅਤੇ ਬਸੰਤ ਰੁੱਤ ਦੇ ਵਿੱਚ ਵਾਪਸ ਆ ਜਾਂਦੇ ਆ। ਇਹ ਸਾਨੂੰ ਲੱਕੜੀ ਦੀ ਪ੍ਰਾਪਤੀ ਦੇ ਪੱਖੋਂ ਬਹੁਤ ਮਹੱਤਤਾ ਰੱਖਦੇ ਨੇ। ਸਾਨੂੰ ਇਹਨਾਂ ਤੋਂ ਸਾਲ, ਟੀਕ, ਬਾਂਸ, ਟਾਹਲੀ ਅਤੇ ਖੈਰ ਕਿਸਮ ਦੀ ਲੱਕੜੀ ਹੈ ਜਿਹੜੀ ਬੱਚਿਓ ਉਹ ਮਿਲਦੀ ਹੈਗੀ। ਅੱਗੇ ਸਾਡੇ ਕੋਲੇ ਆ ਗਏ ਸਾਡੇ ਮਾਰੂਥਲੀ ਜੰਗਲ। ਇਹ ਸਭ ਤੋਂ ਘੱਟ ਵਰਖਾ ਵਾਲੇ ਖੇਤਰਾਂ 'ਚ ਸਾਨੂੰ ਮਿਲਦੇ ਨੇ, ਕਿਉਂਕਿ ਘੱਟ ਵਰਖਾ ਹੋਣ ਕਾਰਨ ਇੱਥੇ ਬਿਰਲੀ ਕਿਸਮ ਦੀ ਹੈ ਜਿਹੜੀ ਬਨਸਪਤੀ ਉਹ ਹੁੰਦੀ ਹੈ। ਇਹ ਸਾਨੂੰ ਰਾਜਸਥਾਨ, ਗੁਜਰਾਤ ਅਤੇ ਹਰਿਆਣਾ ਦੇ ਕੁਝ ਭਾਗਾਂ 'ਚ ਮਿਲਦੀ ਆ। ਇੱਥੇ ਸਾਨੂੰ ਜੰਡ, ਖਜੂਰ, ਥੋਹਰ, ਕੈਕਟਸ, ਕੰਡੇਦਾਰ ਝਾੜੀਆਂ ਆਦਿ ਮਿਲਦੀਆਂ ਨੇ। ਇਹ ਬਨਸਪਤੀ ਹੈ ਜਿਹੜੀ ਕੋਈ ਜ਼ਿਆਦਾ ਮਹੱਤਤਾ ਲੱਕੜੀ ਪੱਖੋਂ ਸਾਨੂੰ ਨਹੀਂ ਦਿੰਦੀ। ਅਗਲੀ ਬੱਚੋ ਆ ਗਈ ਸਾਡੀ ਪਰਬਤੀ ਬਨਸਪਤੀ, ਜਿਹੜੀ ਪਹਾੜਾਂ ਦੇ ਵਿੱਚ ਹੁੰਦੀ ਹੈ, ਸਾਨੂੰ ਪਹਾੜਾਂ ਦੀਆਂ ਢਲਾਣਾਂ 'ਤੇ ਮਿਲਦੀ ਹੈ। ਅਸਾਮ ਤੋਂ ਲੈ ਕੇ ਕਸ਼ਮੀਰ ਤੱਕ ਦੇ ਇਲਾਕਿਆਂ ਵਿੱਚ ਸਾਨੂੰ ਇਹ ਮਿਲਦੀ ਹੈ। ਇਹਦੀ ਲੱਕੜ ਹੈ ਜਿਹੜੀ ਉਹ ਬਹੁਤ ਹੀ ਮਹੱਤਵਪੂਰਨ ਸਾਡੇ ਵਾਸਤੇ ਹੁੰਦੀ ਹੈ। ਇਹ ਤੋਂ ਸਾਨੂੰ ਚੀਲ, ਫਾਰ, ਦਿਓਦਾਰ, ਓਕ, ਅਖਰੋਟ ਆਦਿ ਫਲ ਜਿਵੇਂ ਸੇਬ, ਬਦਾਮ, ਆਲੂ ਬੁਖਾਰਾ ਆਦਿ ਸਾਨੂੰ ਇਹ ਤੋਂ ਮਿਲਦੇ ਨੇ। ਇਹਦੀ ਜਿਹੜੀ ਲੱਕੜ ਆ ਉਹ ਬਹੁਤ ਹੀ ਮਹਿੰਗੀ ਅਤੇ ਵਧੀਆ ਕਿਸਮ ਦੀ ਹੁੰਦੀ ਹੈ। ਲੱਕੜੀ ਸਾਨੂੰ ਇਮਾਰਤਾਂ 'ਚ, ਰੇਲ ਗੱਡੀ ਦੇ ਡੱਬੇ ਬਣਾਉਣ 'ਚ, ਮਾਚਿਸ ਅਤੇ ਵਧੀਆ ਕਿਸਮ ਦਾ ਫਰਨੀਚਰ ਬਣਾਉਣ ਵਿੱਚ ਵੀ ਸਾਡੇ ਕੰਮ ਆਉਂਦੀ ਹੈਗੀ। ਅੱਗੇ ਸਾਡੀ ਆ ਗਈ ਡੈਲਟਾ। ਡੈਲਟਾ ਬਨਸਪਤੀ ਹੈ ਜਿਹੜੀ ਸਾਨੂੰ ਇਹ ਸਮੁੰਦਰ ਦੇ ਕੰਢਿਆਂ ਨੇੜੇ ਮਿਲਦੀ ਹੈ। ਜਦੋਂ ਦਰਿਆ ਸਮੁੰਦਰ ਵਿੱਚ ਦਾਖਲ ਹੋਣ 'ਤੇ ਡੈਲਟਾ ਦਾ ਨਿਰਮਾਣ ਕਰਦਾ ਹੈ, ਉਹਨਾਂ ਖੇਤਰਾਂ ਵਿੱਚ ਜਿਹੜੀ ਬਨਸਪਤੀ ਉਗਦੀ ਹੈ ਉਹਨੂੰ ਅਸੀਂ ਡੈਲਟਾ ਬਨਸਪਤੀ ਕਹਿ ਦਿੰਦੇ ਹਾਂ। ਇਹ ਸਾਨੂੰ ਗੰਗਾ, ਬ੍ਰਹਮਪੁੱਤਰ ਜਾਂ ਦੱਖਣ ਭਾਰਤ ਦੀਆਂ ਕੁਝ ਨਦੀਆਂ ਦੇ ਡੈਲਟਿਆਂ 'ਤੇ ਮਿਲਦੀ ਹੈ। ਇੱਥੇ ਸਾਨੂੰ ਜ਼ਿਆਦਾਤਰ ਸੁੰਦਰੀ ਦਰਖਤ ਆ ਜਿਹੜਾ ਜ਼ਿਆਦਾ ਮਾਤਰਾ ਵਿੱਚ ਮਿਲਦਾ ਗਾ, ਤਾਂ ਇਸ ਲਈ ਇਸ ਨੂੰ ਅਸੀਂ ਸੁੰਦਰਬਨ ਦਾ ਡੈਲਟਾ ਵੀ ਕਹਿ ਦਿੰਦੇ ਹੈਗੇ। ਅੱਗੇ ਆ ਗਏ ਬੱਚਿਓ ਸਾਨੂੰ ਕੁਦਰਤੀ ਸਾਧਨ ਵਿੱਚ ਸਾਡੇ ਜੰਗਲੀ ਜੀਵ। ਸਾਡੇ ਜੰਗਲੀ ਜੀਵ, ਜੋ ਜੀਵ ਜੰਗਲਾਂ 'ਚ ਰਹਿੰਦੇ ਨੇ ਉਹਨਾਂ ਨੂੰ ਅਸੀਂ ਜੰਗਲੀ ਜੀਵ ਕਹਿੰਦੇ ਹਾਂ। ਇਹਨਾਂ ਦੀ ਸੂਚੀ ਹੈ ਜਿਹੜੀ ਤੁਸੀਂ ਆਪਣੀ ਕਾਪੀਆਂ 'ਤੇ ਵੀ ਬਣਾ ਸਕਦੇ ਹੋ। ਇਹਨਾਂ ਵਿੱਚ ਬਹੁਤ ਸਾਰੇ ਜਾਨਵਰ ਆ ਜਾਂਦੇ ਆ ਜਿਨ੍ਹਾਂ ਨੂੰ ਆਪਾਂ ਨੇ ਇਹਦੇ ਉੱਪਰ ਨੋਟ ਵੀ ਕਰਿਆ ਹੈਗਾ, ਲਿਖਿਆ ਵੀ ਹੈ, ਜਿਵੇਂ ਹਾਥੀ, ਸ਼ੇਰ, ਚੀਤਾ, ਬਾਘ, ਗੈਂਡਾ, ਭਾਲੂ, ਜਾਖ, ਹਿਰਨ, ਬਾਂਦਰ, ਲੰਗੂਰ, ਨੀਲਗਾਂ, ਗਿੱਦੜ, ਲੂੰਬੜ, ਕਈ ਕਿਸਮ ਦੇ ਸੱਪ, ਨਿਓਲੇ ਆਦਿ ਆ ਜਾਂਦੇ ਨੇ। ਅਤੇ ਕਈ ਤਰ੍ਹਾਂ ਦੇ ਪੰਛੀ ਵੀ ਹੈ ਜਿਹੜੇ ਸਰਦੀਆਂ ਦੇ ਮੌਸਮ ਵਿੱਚ ਸਾਈਬੇਰੀਆ ਅਤੇ ਚੀਨ ਵਰਗੇ ਦੇਸ਼ਾਂ ਤੋਂ ਸਾਡੇ ਭਾਰਤ ਵਿੱਚ ਆਉਂਦੇ ਆ। ਉਹਨਾਂ ਨੂੰ ਅਸੀਂ ਪ੍ਰਵਾਸੀ ਪੰਛੀ ਵੀ ਕਹਿ ਦਿੰਦੇ ਹੈਗੇ। ਹੁਣ ਅੱਗੇ ਅਸੀਂ ਇਹਨਾਂ ਦੀ ਸਾਂਭ ਸੰਭਾਲ ਦੀ ਗੱਲ ਕਰਾਂਗੇ। ਪਹਿਲੀ ਗੱਲ ਹੈ, ਸਾਨੂੰ ਇਹਨਾਂ ਦਾ ਸ਼ਿਕਾਰ ਆ ਜਿਹੜਾ ਨਹੀਂ ਕਰਨਾ ਚਾਹੀਦਾ, ਇਹਨਾਂ ਨੂੰ ਮਾਰਨਾ ਨਹੀਂ ਚਾਹੀਦਾ। ਇਹਨਾਂ ਦੇ ਮਾਰਨ 'ਤੇ ਵੀ ਸਾਨੂੰ ਮਨਾਹੀ ਹੈ, ਪਾਬੰਦੀ ਹੈ। ਔਰ ਇਹਨਾਂ ਦੀ ਸੁਰੱਖਿਆ ਦੇ ਲਈ ਸਰਕਾਰ ਵੱਲੋਂ 1952 ਵਿੱਚ ਭਾਰਤੀ ਬੋਰਡ ਦੀ ਸਥਾਪਨਾ ਕੀਤੀ ਗਈ। ਫਿਰ ਉਸ ਤੋਂ ਬਾਅਦ 1972 ਅਤੇ ਫਿਰ 2002 ਵਿੱਚ ਇਹਨਾਂ ਦੀ ਸੁਰੱਖਿਆ ਲਈ ਸਰਕਾਰ ਵੱਲੋਂ ਐਕਟ ਵੀ ਪਾਸ ਕੀਤਾ ਗਿਆ। ਇਹਨਾਂ ਲਈ ਬਹੁਤ ਸਾਰੀਆਂ ਕੌਮੀ ਪਾਰਕ ਅਤੇ ਜੰਗਲੀ ਜੀਵ ਪਨਾਹਗਾਹਾਂ ਵੀ ਬਣਾਈਆਂ ਗਈਆਂ ਨੇ ਜਿਨ੍ਹਾਂ ਵਿੱਚ ਇਹ ਸੁਰੱਖਿਅਤ ਰਹਿ ਸਕਦੇ ਨੇ।
ਇਸ ਲਈ ਸਾਨੂੰ ਸਾਡੇ ਆਪਣੇ ਪੱਧਰ 'ਤੇ ਵੀ ਚਾਹੀਦਾ ਕਿ ਅਸੀਂ ਜੰਗਲੀ ਜੀਵਾਂ ਅਤੇ ਪੰਛੀਆਂ ਨੂੰ ਨਾ ਮਾਰੀਏ, ਉਹਨਾਂ ਦਾ ਸ਼ਿਕਾਰ ਨਾ ਕਰੀਏ। ਜੰਗਲ ਨੇ ਜਿਹੜੇ ਕਿ ਉਹ ਜੰਗਲੀ ਜੀਵਾਂ ਦਾ ਘਰ ਨੇ, ਇਸ ਲਈ ਸਾਨੂੰ ਜੰਗਲੀ ਜੀਵਾਂ ਦੀ ਸੁਰੱਖਿਆ ਵੀ ਕਰਨੀ ਚਾਹੀਦੀ ਹੈ। ਜੰਗਲ ਵੀ ਸਾਨੂੰ ਵੱਢਣੇ, ਦਰਖਤ ਸਾਨੂੰ ਕੱਟਣੇ ਨਹੀਂ ਚਾਹੀਦੇ ਬੱਚਿਓ। ਅੱਗੇ ਇਹਦੇ ਸੰਬੰਧਿਤ ਸਾਡੇ ਕੋਲੇ ਪ੍ਰਸ਼ਨ ਉੱਤਰ ਆ ਗਏ, ਤੁਸੀਂ ਆਪਣੀਆਂ ਕਾਪੀਆਂ ਦੇ ਉੱਪਰ ਵੀਡੀਓ ਨੂੰ ਪੌਜ਼ ਕਰਕੇ ਨੋਟ ਕਰ ਸਕਦੇ ਹੋ। ਅੱਗੇ ਸਾਡੇ ਕੋਲੇ ਵੱਡੇ ਪ੍ਰਸ਼ਨ ਆ ਗਏ, ਜਿਹੜੇ ਮੇਨ ਇੰਪੋਰਟੈਂਟ ਪ੍ਰਸ਼ਨ ਨੇ ਉਹ ਆਪਾਂ ਇਹਦੇ ਉੱਪਰ ਲਿਖ ਲਏ ਆ। ਇਸ ਤੋਂ ਅੱਗੇ ਆ ਜਿਹੜੇ ਸਾਡੇ ਕੋਲੇ ਉਹ ਸਾਡੇ ਨਕਸ਼ੇ ਆ ਗਏ। ਨਕਸ਼ਿਆਂ ਦੇ ਵਿੱਚ ਅਸੀਂ ਜਲੌਢੀ ਮਿੱਟੀ ਦੇ ਜਿਵੇਂ ਪਰਬਤੀ ਬਨਸਪਤੀ, ਬ੍ਰਹਮਪੁੱਤਰ ਦਰਿਆ ਅਤੇ ਗੰਗਾ ਨਦੀ ਹੈ ਜਿਹੜੇ ਉਹ ਦਿਖਾ ਸਕਦੇ ਹੋ ਤੁਸੀਂ ਇਸ ਨਕਸ਼ੇ ਤੋਂ ਦੇਖ ਕੇ। ਅਗਲੇ ਨਕਸ਼ੇ ਦੇ ਵਿੱਚ ਅਸੀਂ ਭਾਰਤ ਦੇ ਉੱਤਰੀ ਮੈਦਾਨ, ਡੈਲਟਾਈ ਬਨਸਪਤੀ ਵਾਲੇ ਖੇਤਰ, ਤਲਾਬ ਵਾਲਾ ਇੱਕ ਖੇਤਰ, ਸਦਾਬਹਾਰ ਬਣ ਵਾਲਾ ਇੱਕ ਖੇਤਰ ਆ ਜਿਹੜਾ ਉਹ ਦਿਖਾ ਸਕਦੇ ਹਾਂ। ਅਗਲੇ ਨਕਸ਼ੇ 'ਤੇ ਅਸੀਂ ਸਾਰੀਆਂ ਜਿਹੜੀਆਂ ਸਾਡੀਆਂ ਮਿੱਟੀਆਂ ਨੇ ਉਹਨਾਂ ਨੂੰ ਰੰਗਾਂ ਨਾਲ ਭਰ ਕੇ ਨਕਸ਼ੇ ਦੇ ਵਿੱਚ ਦਿਖਾ ਸਕਦੇ ਹਾਂ, ਉਹਨਾਂ ਦੇ ਸਥਾਨ। ਅੱਗੇ ਸਾਡੇ ਕੋਲੇ ਆ ਗਏ ਸਾਡੇ ਬਣ ਆ ਗਏ, ਉਸ਼ਨ ਸਦਾਬਹਾਰ ਬਣ, ਪਤਝੜੀ ਬਨਸਪਤੀ, ਮਾਰੂਥਲੀ ਬਨਸਪਤੀ, ਜਵਾਰੀ ਬਣ ਅਤੇ ਪਰਬਤੀ ਬਨਸਪਤੀ ਹੈ ਜਿਹੜੀ ਸਾਡੇ ਕੋਲੇ ਆ ਗਈ। ਇਹਨਾਂ ਨੂੰ ਤੁਸੀਂ ਆ ਜਿਹੜੇ ਨਕਸ਼ੇ ਦੇ ਉੱਪਰ ਦਿਖਾ ਸਕਦੇ ਹੋ। ਸਾਰੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। 8ਵੀਂ ਜਮਾਤ ਦਾ ਅਗਲਾ ਲੈਸਨ ਲੈ ਕੇ ਫਿਰ ਆਪਾਂ ਜਲਦੀ ਹੀ ਮਿਲਾਂਗੇ। ਉਸ ਸਮੇਂ ਲਈ ਧੰਨਵਾਦ।